ਗੁਰ ਪਾਇਆ ਚਲੇ ਜਨਮ ਸਵਾਰ ਵਕਰ ਸੱਚ ਲੈ। ਚਲੇ ਜਨਮ ਸਵਾਰ ਵਕਰ ਸੱਚ ਲੈ। ਮਨ ਤਨ ਸੱਚ ਸਲਾਏ, ਸਾਚੇ ਮਨ ਭਾਇਆ। ਮਨ ਤਨ ਸੱਚ ਸਲਾਏ, ਸਾਚੇ ਮਨ ਭਾਇਆ। ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ। ਲਾਲ ਰਤਾ ਮਨ ਮਾਨਿਆ, ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ। ਚਲੇ ਜਨਮ ਸਵਾਰ ਵਕਰ ਸੱਚ ਲੈ। ਚਲੇ ਜਨਮ ਸਵਾਰ ਵਕਰ ਸੱਚ ਲੈ। ਪਤ ਪਾਏ ਦਰਬਾਰ, ਪਤ ਪਾਏ ਦਰਬਾਰ, ਸਤਿਗੁਰ ਸ਼ਬਦ ਪੈ ਚਲੇ ਜਨਮ ਸਵਾਰ ਵਕਰ ਸੱਚ ਲੈ। ਚਲੇ ਜਨਮ ਸਵਾਰ ਵਕਰ ਸੱਚ ਲੈ। ਗੁਰੂ ਰੂਪ ਸਾਧ ਸੰਗਤ ਜੀ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਰਸਨਾ ਪਵਿੱਤਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਉਸ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਰਾਜਯੋਗੀ ਸੇਵਾ ਦੇ ਪੁੰਜ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਜੁੜ ਬੈਠੇ ਹਾਂ। ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਦੀ ਬਹੁਤ ਮਹਿਮਾ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਦਾਸ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਸਮਝਦਾ ਹੈ ਕਿ ਰੋਜ਼ਮਜ਼ਾ ਦਾ ਮੈਂ ਜੀਵਨ ਬਤੀਤ ਕਰ ਰਿਹਾ ਸੀ ਦਿੱਲੀ ਵਿੱਚ। ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ, ਉਂਗਲੀ ਫੜ ਕੇ ਲੈ ਗਏ ਅਤੇ ਪਹਾੜਾਂ ਵਿੱਚ ਆਪਣੇ ਚਰਨਾਂ ਵਿੱਚ ਥੋੜ੍ਹਾ ਜਿਹਾ ਨਿਵਾਸ ਬਖਸ਼ ਦਿੱਤਾ। ਜੋ ਦਾਸ ਆਪ ਜੀ ਨਾਲ ਰੂਹਾਨੀਅਤ ਦੀ ਜਾਂ ਸੇਵਾਵਾਂ ਦੀ ਗੱਲਾਂ ਸਾਂਝੀਆਂ ਕਰੇਗਾ, ਸ਼ੇਅਰ ਕਰੇਗਾ, ਉਹ ਕੇਵਲ ਅਤੇ ਕੇਵਲ ਜੋ ਮਹਾਂਪੁਰਸ਼ਾਂ ਦੀ ਸੰਗਤ ਨਾਲ ਰਹਿ ਕੇ ਜੋ ਅਨੁਭਵ ਕੀਤਾ ਹੈ, ਉਹ ਆਪ ਜੀ ਨਾਲ ਸਰਲ ਭਾਸ਼ਾ ਵਿੱਚ ਸਾਂਝੇ ਕਰਨ ਦੀ ਕੋਸ਼ਿਸ਼ ਕਰੇਗਾ। ਸਾਧ ਸੰਗਤ ਜੀ, ਸੰਤ ਬਾਬਾ ਇਕਬਾਲ ਸਿੰਘ ਜੀ ਦਾ ਜੋ ਅਧਿਆਤਮ ਦਾ ਗਿਆਨ ਸੀ, ਉਹ ਬਹੁਤ ਹੀ ਸਰਲ ਭਾਸ਼ਾ ਵਿੱਚ ਸੰਗਤਾਂ ਵਿੱਚ ਉਸ ਨੂੰ ਵਿਚਾਰਦੇ ਸੀ। ਮਹਾਰਾਜ ਕਹਿੰਦੇ ਸੀ ਕਿ ਅਧਿਆਤਮ ਜਾਂ ਸਪਿਰਿਚੁਅਲਿਟੀ ਦਾ ਅਰਥ ਬੜਾ ਸਰਲ ਹੈ, ਸਿੰਪਲ ਹੈ। ਆਮ ਤੌਰ 'ਤੇ ਬੁੱਧੀਜੀਵ, ਇੰਟੈਲੈਕਚੁਅਲਸ, ਸੂਡੋ ਰਿਲੀਜਿਸਟਸ ਜਦ ਸਪਿਰਿਚੁਅਲਿਟੀ ਅਤੇ ਅਧਿਆਤਮ 'ਤੇ ਲੈਕਚਰ ਦਿੰਦੇ ਹਨ ਅਤੇ ਉਸ ਨੂੰ ਬਹੁਤ ਹੀ ਗੁੰਝਲਮਈ ਬਣਾ ਦਿੰਦੇ ਹਨ। ਆਮ ਵਿਅਕਤੀ ਨੂੰ ਗੱਲ ਸਮਝ ਨਹੀਂ ਆਉਂਦੀ, ਕਨਫਿਊਜ਼ ਹੋ ਕੇ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਸੀ ਅਧਿਆਤਮ ਦਾ ਅਰਥ ਕੇਵਲ ਅਤੇ ਕੇਵਲ ਆਪਣੀ ਈਗੋ ਨੂੰ ਕੰਟਰੋਲ ਕਰਨਾ ਹੈ। ਸਪਿਰਿਚੁਅਲਿਟੀ ਮੀਨਸ ਕੰਟਰੋਲਿੰਗ ਵਨਜ਼ ਈਗੋ। ਮਹਾਰਾਜ ਬੜੀ ਸਰਲ ਭਾਸ਼ਾ ਵਿੱਚ ਕਹਿੰਦੇ ਸੀ ਜੇ ਸਾਡੀ ਹਉਮੈ ਖਤਮ ਹੋ ਜਾਏ ਤਾਂ ਅਸੀਂ ਪਰਮਾਤਮਾ ਬਣ ਜਾਂਦੇ ਹਾਂ। ਮੈਥੇਮੈਟਿਕਲੀ ਆਪ ਜੀ ਨੇ ਇਹ ਬਚਨ ਕੀਤੇ ਸੀ, ਮੈਨ ਮਾਈਨਸ ਈਗੋ ਇਕੁਅਲਸ ਗੋਡ। ਹਉਮੈ ਕੀ ਹੈ? ਉਸ ਦੇ 5 ਦੂਤ ਹਨ,
ਉਹ ਮੈਨੀਫੈਸਟ ਕਿਵੇਂ ਕਰਦੀ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਮਹਾਰਾਜ ਸਾਨੂੰ ਇਨ 5 ਰੋਗਾਂ ਤੋਂ ਨਿਵਰਤ ਕਰ ਦੇ ਮਹਾਰਾਜ। ਕਿਉਂ ਅਰਦਾਸਾਂ ਕਰਦੇ ਹਾਂ? ਕਿ ਜੇ ਅਸੀਂ ਇਸ ਰੋਗਾਂ ਤੋਂ ਅਸੀਂ ਨਿਵਰਤ ਹੋ ਜਾਵਾਂਗੇ, ਸਾਡੀ ਹਉਮੈ ਕੰਟਰੋਲ ਵਿੱਚ ਆ ਜਾਏਗੀ ਅਤੇ ਅਨਲਿਮਿਟਿਡ ਸੁੱਖ ਮਿਲੇਗਾ। ਬਹੁਤ ਭੁਲੇਖਾ ਹੁੰਦਾ ਆਦਮੀ ਨੂੰ। ਸਭ ਤੋਂ ਵੱਡਾ ਭੁਲੇਖਾ ਆਦਮੀ ਨੂੰ ਇਸ ਗੱਲ ਦਾ ਹੁੰਦਾ ਹੈ ਕਿ ਜੇ ਮੇਰੇ ਕੋਲ ਸਾਰੇ ਪਦਾਰਥ ਇਕੱਠੇ ਹੋ ਗਏ, ਜੇ ਮੇਰੇ ਕੋਲ ਬਹੁਤ ਮਾਇਆ ਆ ਗਈ ਤਾਂ ਮੈਂ ਸੁਖੀ ਹੋ ਜਾਵਾਂਗਾ। ਇਹ ਸਭ ਤੋਂ ਵੱਡਾ ਭੁਲੇਖਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋ ਹਾਰ। ਜੇ ਧਰਤੀ ਦੇ 9 ਖੰਡਿਆਂ ਦਾ ਰਾਜ ਵੀ ਤੁਹਾਡੇ ਕੋਲ ਆ ਜਾਏ, ਤਾਂ ਵੀ ਜੇ ਨਾਮ ਨਹੀਂ ਜਪਿਆ ਤੇ ਅੰਤ ਵਿੱਚ ਅਸੀਂ ਬਾਜੀ ਹਾਰ ਕੇ ਚਲੇ ਜਾਵਾਂਗੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁਖੀ ਹੈ। ਹਰ ਕਾ ਨਾਮ ਜਪਤ ਹੋਏ ਸੁਖੀਆ। ਨਾਲ ਹੀ ਸੋਲੂਸ਼ਨ ਵੀ ਦੇ ਦਿੱਤਾ ਮਹਾਰਾਜ ਨੇ, ਗੁਰਮੁਖ ਮਾਇਆ ਵਿੱਚ ਉਦਾਸੀ। ਕਿ ਜੇ ਅਸੀਂ ਮਾਇਆ ਦੇ ਹੁੰਦੇ ਹੋਏ ਅਸੀਂ ਉਸ ਵਿੱਚ ਲਿਪਤ ਨਹੀਂ ਹੈਗੇ, ਉਹ ਮਾਇਆ ਅਸੀਂ ਧਰਮ ਪਦਾਰਥਾਂ ਵਾਸਤੇ ਇਸਤੇਮਾਲ ਕਰ ਰਹੇ ਹਾਂ, ਤਾਂ ਹੀ ਸਾਡੀ ਗਤੀ ਹੈ, ਤਾਂ ਹੀ ਸਾਡੀ ਸਪਿਰਿਚੁਅਲ ਪ੍ਰੋਗਰੈਸ ਹੈ। ਮਹਾਰਾਜ ਕਹਿੰਦੇ ਸੀ, ਹਉਮੈ ਨੂੰ ਕਾਬੂ ਕਰਨ ਦੇ 2 ਤਰੀਕੇ ਹਨ, ਸੇਵਾ ਅਤੇ ਸਿਮਰਨ। ਸਿਮਰਨ ਕਿਹੋ ਜਿਹਾ? ਜੋ ਅਸੀਂ ਹਜ਼ੂਰੀ ਵਿੱਚ ਕਰਨਾ ਹੈ। ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਨਿਤਨੇਮ ਕਰਨਾ ਹੈ, ਨਾਮ ਜਪਣਾ ਹੈ। ਫਾਰਮੈਲਿਟੀ ਤੌਰ 'ਤੇ ਅਸੀਂ ਪੂਰਾ ਨਹੀਂ ਕਰਨਾ। ਸਿਮਰਨ ਜਦ ਵੀ ਕਰੀਏ, ਹਜ਼ੂਰੀ ਵਿੱਚ ਕਰੀਏ, ਅਰਦਾਸਾਂ ਕਰੀਏ ਮਹਾਰਾਜ ਨੂੰ ਕਿ ਹਜ਼ੂਰੀ ਬਖਸ਼ੋ ਮਹਾਰਾਜ। ਇਵੇਂ ਅਸੀਂ ਆਪਣੇ ਆਪ ਨੂੰ ਅਹਿਸਾਸ ਕਰਾਈਏ ਕਿ ਗੁਰੂ ਨਾਨਕ ਮੇਰੇ ਨਾਲ ਬੈਠਾ ਹੋਇਆ ਹੈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਉਸ ਨੂੰ ਮੈਂ ਸੁਣਾ ਰਿਹਾ। ਨਹੀਂ ਤਾਂ ਸਹਿਜ ਸੁਭਾਏ ਹਉਮੈ ਆ ਜਾਂਦੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਬੜੇ ਪਾਠ ਕੀਤੇ, ਬੜੀ ਧਾਰਮਿਕ ਕਿਤਾਬਾਂ 'ਤੇ ਅਧਿਐਨ ਕੀਤੇ, ਵਿਚਾਰੀਆਂ, ਕਈ ਯੋਗਿਕ ਆਸਨ ਧਾਰਨ ਕਰ ਲਏ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਿਮ ਬੁੱਧ ਬਾਦੇ। ਹੋਰ ਅਸੀਂ ਹਉਮੈ ਵਿੱਚ ਗ੍ਰਸਤ ਹੋ ਜਾਂਦੇ ਹਾਂ, ਹੋਰ ਅਸੀਂ ਉਸ ਵਿੱਚ ਗਲਤਾਨ ਹੋ ਜਾਂਦੇ ਹਾਂ। ਮੈਨੂੰ ਮਿਸਅੰਡਰਸਟੈਂਡ ਨਾ ਕਰਨਾ, ਦਾਸ ਇਹ ਨਹੀਂ ਕਹਿ ਰਿਹਾ ਕਿ ਪਾਠ ਪੜ੍ਹਨਾ ਜਾਂ ਵਿਚਾਰਨਾ ਕੋਈ ਗਲਤ ਚੀਜ਼ ਹੈ। ਦਾਸ ਸਿਰਫ ਇਹ ਕਲੈਰੀਫਾਈ ਕਰ ਰਿਹਾ ਹੈ ਕਿ ਪਾਠ ਕਰਕੇ ਇਹ ਮਨ ਵਿੱਚ ਭਾਵਨਾ ਨਹੀਂ ਆਉਣੀ ਚਾਹੀਦੀ ਕਿ ਮੈਂ ਬਹੁਤ ਵੱਡਾ ਗਿਆਨੀ ਹੋ ਗਿਆ, ਮੈਂ ਤਾਂ 6-6 ਘੰਟੇ ਸਿਮਰਨ ਕਰਦਾ। ਕੱਲ੍ਹ ਦਾਸ ਸਪੋਕੇਨ ਗਿਆ ਸੀ, ਉੱਥੇ ਕੁਝ ਪਰਿਵਾਰਾਂ ਨਾਲ ਵਿਚਾਰ ਹੋ ਰਹੀ ਸੀ। ਬੀਬੀ ਜੀ ਉੱਥੇ ਜੋ ਉਸ ਘਰ ਦੀ ਸੇਵਾ ਕਰ ਰਹੇ ਸੀ, ਕਹਿਣ ਲੱਗੇ ਕਿ ਮੈਂ ਪਹਿਲਾਂ ਸਿਮਰਨ ਕਰਦੀ ਸੀ, ਬੜਾ ਆਨੰਦ ਆਉਂਦਾ ਸੀਗਾ। ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਵਾਹਿਗੁਰੂ ਮੇਰੀ ਛਾਤੀ 'ਤੇ ਲਿਖਿਆ ਹੋਇਆ ਹੈ ਅਤੇ ਅੰਦਰ ਮੇਰੇ ਜੋਤ ਜਲ ਰਹੀ ਹੈ। ਅਤੇ ਦਾਸ ਨੇ ਕਿਹਾ, ਬੀਬੀ ਜੀ ਹੁਣ ਕੀ ਹੋ ਗਿਆ? ਕਹਿੰਦੇ, ਮੈਂ ਆਪਣੀ ਸਹੇਲੀ ਨਾਲ ਇਹ ਐਕਸਪੀਰੀਅੰਸ ਸ਼ੇਅਰ ਕਰ ਲਿਆ ਅਤੇ ਉਸ ਤੋਂ ਬਾਅਦ ਉਹ ਅਚਾਨਕ ਗੁੱਜੀ ਰਮਜ ਗਾਇਬ ਹੋ ਗਈ। ਸੋ ਸਾਧ ਸੰਗਤ ਜੀ, ਇਹ ਸ਼ਕਤੀਆਂ ਹਨ, ਇਹ ਤਾਕਤਾਂ ਹਨ, ਇਹ ਤਾਂ ਹੀ ਆਉਣਗੀਆਂ ਜੇ ਅਸੀਂ ਆਪਣੇ ਆਪ ਨੂੰ ਬਿਲਕੁਲ ਨਿਮਾਣੇ ਮੰਨ ਕੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ, ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਸਮਝ ਕੇ ਅਸੀਂ ਨਾਮ ਜਪਾਂਗੇ, ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ। ਦੂਸਰੀ ਜੋ ਦੂਸਰਾ ਥੰਬ ਹੈ ਗੁਰਸਿੱਖੀ ਦਾ,
ਉਹ ਹੈ ਸੇਵਾ। ਕਿਹੋ ਜਿਹੀ ਸੇਵਾ? ਨਿਰਛਿਤ ਸੇਵਾ। ਸੇਵਾ ਕਰਤ ਹੋਏ ਨੇਹ ਕਾਮੀ, ਤਿਸ ਕੋ ਹੋਤ ਪਰਾਪਰ ਸੁਆਮੀ। ਬਿਨਾਂ ਕਾਮਨਾ ਦੀ ਸੇਵਾ। ਸੇਵਾ ਇਸ ਵਾਸਤੇ ਕਰਨੀ ਹੈ ਕਿ ਅੰਦਰ ਗਰੀਬੀ ਆ ਜਾਏ, ਹਲੀਮੀ ਆ ਜਾਏ, ਐਨੋਨਿਮਿਟੀ ਆ ਜਾਏ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸੰਤ ਅਤਰ ਸਿੰਘ ਜੀ ਮਹਾਰਾਜ ਬਚਨ ਅਕਸਰ ਕਰਦੇ ਹੁੰਦੇ ਸੀ, ਸੇਵਾ ਤੋਂ ਬਗੈਰ ਗਰੀਬੀ ਨਹੀਂ ਆ ਸਕਦੀ। ਸੇਵਾ ਅਸੀਂ ਕਿਉਂ ਕਰਦੇ ਹਾਂ? ਆਪਣੀ ਹਉਮੈ ਨੂੰ ਖਤਮ ਕਰਨ ਵਾਸਤੇ, ਆਪਣੇ ਨੂੰ ਨਿਮਾਣਾ ਬਣਾਉਣ ਵਾਸਤੇ। ਸੰਤ ਜੀ ਮਹਾਰਾਜ ਬਚਨ ਕਰਦੇ ਸੀ, ਸੇਵਾ ਤੋਂ ਬਗੈਰ ਗਰੀਬੀ ਨਹੀਂ ਆ ਸਕਦੀ, ਭਾਵੇਂ ਕੋਈ ਕਿਤਨਾ ਵੀ ਅਭਿਆਸੀ ਕਿਉਂ ਨਾ ਹੋਵੇ। ਮਹਾਰਾਜ ਨੇ ਐਬਸੋਲਿਊਟ ਗੱਲ ਕਰ ਦਿੱਤੀ, ਜਿਤਨਾ ਮਰਜ਼ੀ ਤੁਸੀਂ ਅਭਿਆਸ ਕਰ ਲਓ, ਜੇ ਨਿਮਾਣੇ ਨਹੀਂ ਹੋਵਾਂਗੇ, ਆਪਣੇ ਆਪ ਨੂੰ ਸੰਗਤ ਦੇ ਚਰਨ ਦੀ ਧੂੜ ਨਹੀਂ ਸਮਝਾਂਗੇ, ਫਿਰ ਗਰੀਬੀ ਨਹੀਂ ਆਏਗੀ, ਹਉਮੈ ਹੋਰ ਵੱਧ ਜਾਏਗੀ। ਸੇਵਾ 3 ਤਰ੍ਹਾਂ ਦੀ ਹੁੰਦੀ ਹੈ। ਧਨ ਦੀ ਸੇਵਾ। ਮਹਾਰਾਜ ਦੇ ਬਚਨ ਹਨ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਾਲ ਨਾ ਕਰਕੇ, ਕਮਾਈਆਂ ਕਰਕੇ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ 18 ਅਖੀਰਲੇ ਸਾਲ ਸੇਵਾ ਕਰਕੇ, ਹਲ ਜੋਤ ਕੇ, ਕਿਰਸਾਨੀ ਕਰਕੇ ਕਮਾਈਆਂ ਕੀਤੀਆਂ ਸੀ। ਕਾਲ ਖਾਏ ਕਿਛ ਹੱਥੋਂ ਦੇ, ਅਤੇ ਉਸ ਤੋਂ ਬਾਅਦ ਦਸਵੰਤ ਕੱਢਣਾ ਹੈ। ਹਰ ਸਿੱਖ ਦਾ ਫਰਜ਼ ਹੈ ਕਿ ਦਸਵੰਤ ਕੱਢੇ। ਸੰਤ ਜੀ ਮਹਾਰਾਜ ਬਚਨ ਕਰਦੇ ਸੀ ਕਿ ਜੇ ਹਰ ਸਿੱਖ ਦਸਵੰਤ ਕੱਢਣ ਲੱਗ ਪਏ ਤੇ ਗੁਰੂ ਘਰ ਦੇ ਪੰਥ ਦੇ ਸਾਰੇ ਕਾਰਜ ਸਹਿਜ ਸੁਭਾਏ ਪੂਰੇ ਹੋ ਜਾਣਗੇ। ਸਾਨੂੰ ਇਹ ਰਸਤਾ ਹੈ ਅਧਿਆਤਮ ਦਾ, ਇਹ ਰਸਤਾ ਹੈ ਆਨੰਦਮਈ ਜੀਵਨ ਦਾ, ਇਹ ਰਸਤਾ ਹੈ ਹਮੇਸ਼ਾ ਹਰਸ਼ ਉਲਾਸ ਵਿੱਚ ਰਹਿਣ ਦਾ। ਦਸਵੰਤ ਕੱਢੀਏ, ਥੋੜ੍ਹੀ ਮਾਇਆ ਦੀ ਪਕੜ ਘਟੇਗੀ, ਹੋਰ ਅਸੀਂ ਅਧਿਆਤਮ ਦੇ ਜੀਵਨ ਵਿੱਚ ਅੱਗੇ ਵੱਧ ਜਾਵਾਂਗੇ। ਧਨ ਦੀ ਸੇਵਾ। ਹਰ ਗੁਰਸਿੱਖ ਨੂੰ ਇਹ ਫਰਜ਼ ਹੈ, ਉਸ ਨੂੰ ਇਹ ਹੁਕਮ ਹੈ ਕਿ ਦਸਵੰਤ ਕੱਢੇ। ਦੂਸਰੀ ਸੇਵਾ ਹੈ ਤਨ ਦੀ ਸੇਵਾ, ਫਿਜ਼ੀਕਲ ਸੇਵਾ। ਫਿਜ਼ੀਕਲ ਸੇਵਾ ਇਸ ਵਾਸਤੇ ਕਰਨੀ ਹੈ ਕਿ ਹਉਮੈ ਨਾ ਆਏ। ਅਸੀਂ ਸੰਗਤ ਦੀ ਚਰਨ ਧੂੜ ਲੈਣੀ ਹੈ, ਲੰਗਰ ਵਿੱਚ ਸੇਵਾ ਕਰਨੀ ਹੈ। ਜੋ ਜੋ ਮਹਾਰਾਜ ਨੇ ਸਾਨੂੰ ਹੁਨਰ ਦਿੱਤਾ ਹੈ, ਉਸ ਹੁਨਰ ਦੇ ਅਨੁਸਾਰ ਅਸੀਂ ਆਪਣਾ 10ਵਾਂ ਹਿੱਸਾ ਸਮੇਂ ਦਾ ਸੇਵਾ ਅਤੇ ਸਿਮਰਨ ਵਿੱਚ ਲਗਾਉਣਾ ਹੈ। ਇਹ ਧਨ ਦੀ ਸੇਵਾ ਹੈ, ਇਹ ਤਨ ਦੀ ਸੇਵਾ ਹੈ। ਇਹ ਵੀ ਸਾਨੂੰ ਸੰਤਾਂ ਨੇ ਹੁਕਮ ਕੀਤਾ ਹੈ, ਗੁਰੂ ਮਹਾਰਾਜ ਨੇ ਹੁਕਮ ਕੀਤਾ ਹੈ ਕਿ ਜੇ ਅਸੀਂ ਤਨ ਦੀ ਸੇਵਾ ਕਰਾਂਗੇ ਤੇ ਅਸੀਂ ਨਿਮਾਣੇ ਹੋ ਜਾਵਾਂਗੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਗੁਰੂ ਨਾਨਕ ਸਾਹਿਬ ਇਹ ਫਰਮਾਨ ਕਰਦੇ ਹਨ, ਸ੍ਰਿਸ਼ਟੀ ਦੇ ਮਾਲਿਕ ਇਹ ਫਰਮਾਨ ਕਰਦੇ ਹਨ, ਕੋਈ ਮੇਰਾ ਨਾਉ ਨਾ ਜਾਣੈ। ਇਹ ਸਾਡਾ ਓਬਜੈਕਟਿਵ ਹੈ। ਆਪਣੇ ਆਪ ਨੂੰ, ਹੁਣੇ ਭਾਈ ਸਾਹਿਬ ਜੀ ਕਥਾ ਕਰ ਰਹੇ ਸੀ, ਆਪਣੇ ਆਪ ਨੂੰ ਸਬਮਿਟ ਕਰ ਦੇਣਾ ਹੈ, ਨਿਉਛਾਵਰ ਕਰ ਦੇਣਾ ਹੈ, ਆਪਣੇ ਆਪ ਨੂੰ ਖਤਮ ਕਰ ਦੇਣਾ ਹੈ, ਆਪਣੀ ਹੋਂਦ ਨੂੰ ਖਤਮ ਕਰ ਦੇਣਾ ਹੈ। ਉਹ ਸਾਡਾ ਓਬਜੈਕਟਿਵ ਹੈ। ਪਰ ਜਿਹੜੀ ਸੇਵਾ ਗੁਰੂ ਸਾਹਿਬ ਨੇ ਸਾਨੂੰ ਕਹੀ ਹੈ, ਜਿਹੜੀ ਸੇਵਾ ਸੰਤ ਮਹਾਂਪੁਰਸ਼ ਕਰਕੇ ਚਲੇ ਗਏ ਹਨ, ਜਿਹੜੀ ਸੇਵਾ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਕੀਤੀ ਹੈ, ਉਹ ਸੇਵਾ ਹੈ ਮਨ ਦੀ ਸੇਵਾ। ਅਸੀਂ ਆਪਣਾ ਮਨ ਗੁਰੂ ਨੂੰ ਵੇਚ ਦੇਣਾ ਹੈ, ਗੁਰੂ ਨੂੰ ਨਿਛਾਵਰ ਕਰ ਦੇਣਾ ਹੈ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਹੈ ਅਸਲੀ ਸੇਵਾ, ਨਿਰਛਿਤ ਸੇਵਾ, ਜੋ ਸਾਨੂੰ ਗਰੀਬੀ ਲਿਆਏਗੀ, ਹਲੀਮੀ ਲਿਆਏਗੀ, ਨਿਮਾਣਾ ਬਣਾ ਦੇਗੀ। ਤਾਂ ਹੀ ਸਾਡੇ ਅੰਦਰ ਪਰਮਾਰਥ ਦੀ ਇਹ ਜੋਤ ਜਗੇਗੀ। ਸੋ ਸਾਧ ਸੰਗਤ ਜੀ, ਅੱਜ ਅਸੀਂ ਉਸ ਮਹਾਨ ਆਤਮਾ ਸੰਤ ਇਕਬਾਲ ਸਿੰਘ ਜੀ ਦੇ ਪੂਰਨੇ ਯਾਦ ਕਰ ਰਹੇ ਹਾਂ। ਇਹ ਉਹਨਾਂ ਦੀ 94ਵੀਆਂ ਜੋ ਸਿਕਸ਼ਾਵਾਂ ਸੀ ਦਾਸ ਨੇ ਆਪ ਜੀ ਨਾਲ
ਸਾਂਝੀਆਂ ਕੀਤੀਆਂ ਹਨ। ਅਸੀਂ ਵੀ ਉਹਨਾਂ ਦੇ ਜੀਵਨ 'ਚੋਂ ਇਹ ਜਾਂਚ ਲੈ ਲਈਏ, ਇਹ ਪੰਨੇ ਉਹਨਾਂ ਦੇ ਜੀਵਨ ਦੇ ਆਪਣੇ ਹਿਰਦੇ ਵਿੱਚ ਵਸਾ ਲਈਏ, ਤਾਂ ਕਿ ਸਾਡਾ ਜੀਵਨ ਵੀ ਇਸ ਮਾਰਗ 'ਤੇ ਚੱਲ ਪਏ। ਸਾਧ ਸੰਗਤ ਜੀ, ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹਨਾਂ ਨੇ 1906 ਵਿੱਚ ਇਹ ਅਨੁਭਵ ਕਰ ਲਿਆ ਸੀ। ਸੰਤ ਜੀ ਮਹਾਰਾਜ ਕਿਸੇ ਸਕੂਲ ਵਿੱਚ ਨਹੀਂ ਸੀ ਗਏ, ਪਰ ਇਤਨੀ ਅਧਿਆਤਮਕ ਸ਼ਖਸੀਅਤ ਦੀ ਉਹਨਾਂ ਦੀ ਕਿ 1906 ਵਿੱਚ ਆਪ ਜੀ ਨੇ ਅਨੁਭਵ ਕਰ ਲਿਆ ਸੀ ਕਿ ਆਉਣ ਵਾਲਾ ਯੁੱਗ ਸਾਇੰਸ ਦਾ ਯੁੱਗ ਹੈ। ਜੇ ਅਸੀਂ ਸਾਇੰਸਦਾਨਾਂ ਵਿੱਚ ਅਧਿਆਤਮ ਦਾ ਕਿਣਕਾ, ਮਾਨਵਤਾ ਦਾ ਕਿਣਕਾ, ਦਇਆ, ਕਰੁਣਾ, ਕੰਪੈਸ਼ਨ ਨਹੀਂ ਪਾਵਾਂਗੇ ਤੇ ਐਸੀ ਕਾਢਾਂ ਕੱਢਣਗੇ, ਐਸੇ ਹਥਿਆਰ ਬਣਾਉਣਗੇ ਜਿਨ੍ਹਾਂ ਨਾਲ ਦੁਨੀਆ ਕਈ ਵਾਰੀ ਨਸ਼ਟ ਹੋ ਜਾਏਗੀ। ਦਾਸ 1906 ਦੀ ਗੱਲ ਕਰ ਰਿਹਾ ਹੈ। ਸੋ ਆਪ ਜੀ ਨੇ ਉਦੋਂ ਐਲਾਨ ਕੀਤਾ ਕਿ ਸ਼ਾਂਤੀ ਸਥਾਪਿਤ ਕਰਨ ਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅਧਿਆਤਮ ਦੇ ਨਾਲ ਜੋੜ ਦਈਏ। ਅਧਿਆਤਮ ਦਾ ਅਰਥ ਦਾਸ ਪਹਿਲੇ ਹੀ ਆਪ ਜੀ ਨਾਲ ਸ਼ੇਅਰ ਕਰ ਚੁੱਕਿਆ ਹੈ। ਆਪਣੀ ਈਗੋ ਖਤਮ ਕਰਨਾ, डिज़ायर ख़त्म करना कि मेरी हैजेमनी सारी दुनिया के ऊपर चले, मेरा राज सारी दुनिया ते चले, ये डिज़ायर ख़त्म हो जाएगी, बच्चे साढ़े शांति दे पुंज बन जाएंगे। सो उन्होंने एक अलौकिक एक अनोखी विद्या दी जाच दिती पंथ नूं। आप जी ने कहा कि ऐसी विद्या देनी है जिस दी बुनियाद अध्यात्म दी होए ते दुनियावी ज्ञान भी इतना होए कि किसी होर तो वो घट ना होए। एमलगमेशन ऑफ स्पिरिचुअल एंड कन्वेंशनल साइंटिफिक एजुकेशन एक कॉन्सैप्ट आप जी ने दिता। आप जी दे सेवक संत तेजा सिंह महाराज जी ने इसनूं होर एक्सप्रैस कर दिता। एक वर्ल्ड रिलीजन कॉन्फ्रेंस हुई सी जापान विच 1954 विच, जिसका थीम सीगा वेज टू इस्टैबलिश परमानेंट पीस। संत तेजा सिंह जी महाराज उसके की नोट स्पीकर सी ते आप जी ने ये बचन कीते सी, द ओनली वे टू इस्टैबलिश परमानेंट पीस इज़ टू इम्पार्ट स्पिरिचुअल एजुकेशन इन अवर चिल्ड्रन। इक्को ही एक तरीका है, बच्चों नूं अध्यात्म नाल जोड़ दईए, बच्चों की हौमे काबू विच आ जाए, उन्हां दे अंदर खिच खत्म हो जाए कि मैं दूसरों के उपर राज करना है, दूसरों नूं एक्सप्लॉयट करना है। मन विच दया, प्यार, करुणा, कंपैशन ये भावनावां बच्चों विच पैदा कर दईए, तां ही आने वाला युग शांति का युग बन जाएगा। ये साडी संस्था कलगीधर ट्रस्ट का मिशन स्टेटमेंट बन गया है, टू इस्टैबलिश परमानेंट पीस इन द वर्ल्ड। साडे मोढियां ते महापुरुषों ने इन्ना वड्डा बोझ पा दिता है, विश्व सदीवी शांति इस्टैबलिश करना साडी संस्था का मिशन स्टेटमेंट बन गई है। किवें होएगी? बच्चों नूं अध्यात्म दे नाल जोड़न नाल ही होएगी, होर कोई तरीका नहीं है शांति इस्टैबलिश करन दा। दुनियावी डिग्रियां दे नाल ते भाई केवल ते केवल हौमे ही वधदी है। जे अंदर अध्यात्म नहीं है तो ये ज्ञान, दुनियावी ज्ञान केवल ते केवल मैं ते मेरे परिवार वास्ते पदार्थ या पावर इकट्ठी करने विच इस्तेमाल होंदा है, परोपकार विच इस्तेमाल नहीं हो सकता, दूसरे का भला नहीं हो सकता, प्रेम नहीं जागेगा। सो साध संगत जी, आप जी दे सेवक संत बाबा इकबाल सिंह जी ने 5 बच्चों नाल 1986 विच अकाल अकैडमी बड़ू साहिब बनाई सी, जिथे कि अदुੱਤੀ विद्या दी जाती है, अध्यात्मक ते दुनियावी विद्या का सुमेल। अज उस जो छोटा जा बीज बोया सी उसने एक विशाल बरगद का रूप धारण कर लिया है। 129 अकाल अकैडमियाँ पिछड़े हुए पिंडां दे इलाकों में खोल दित्तियां गईयां हन, जिन्हां विच 70,000 बच्चे उच्च कोटि की विद्या लै रहे हैं। नाल ही रोज़ हर स्कूल विच पहला 8 तो 9 बजे तक 5 बाणियां का नित्यम होंदा है, उपरांत अरदास करके हुक्मनामा लैके फिर दुनियावी पढ़ाई शुरू होती है। बच्चे क्योंकि
ਛੁਟਪਨ ਤੋਂ ਹੀ, ਬਚਪਨ ਤੋਂ ਹੀ ਮੈਡੀਟੇਟ ਕਰਦੇ ਹਨ, ਗੁਰੂ ਦਾ ਨਾਮ ਲੈਂਦੇ ਹਨ ਅਤੇ ਉਹਨਾਂ ਦੀ ਕੌਨਸਨਟ੍ਰੇਸ਼ਨ ਬਹੁਤ ਅੱਛੀ ਹੋ ਜਾਂਦੀ ਹੈ। ਸੈਂਟਰਲ ਬੋਰਡ ਦੇ ਜੋ ਸਕੂਲ ਸਿਸਟਮ ਹੈ ਉਸ ਵਿੱਚ ਜਿੱਥੇ ਜਿੱਥੇ ਵੀ ਸਾਡੀ ਅਕੈਡਮੀ ਸਥਾਪਿਤ ਹੈ, ਪਿੰਡਾਂ ਦੇ ਬੱਚੇ ਵਿਦ ਅਨਲੈਟਰਡ ਪੇਰੈਂਟਸ ਡਿਸਟ੍ਰਿਕਟ ਟੌਪਰ ਬਣ ਜਾਂਦੇ ਹਨ। ਸਾਡੀ ਇੱਕ ਬੱਚੀ ਸਕੂਲ ਦੀ ਜਿਸ ਦੇ ਦੋਨੋਂ ਪੇਰੈਂਟਸ ਹੀ, ਫਾਦਰ ਉਸਦੇ 10ਵੀਂ ਪਾਸ ਹਨ, ਮਾਂ 12ਵੀਂ ਪਾਸ ਹੈ। ਉਸ ਬੱਚੀ ਨੇ ਪੂਰੇ ਪੰਜਾਬ ਵਿੱਚ ਸੈਕਿੰਡ ਪੋਜੀਸ਼ਨ ਹਾਸਿਲ ਕੀਤੀ ਸੀ। 498 ਮਾਰਕਸ ਆਊਟ ਆਫ 500, 99.6% ਮਾਰਕਸ। ਇਹ ਕਿਵੇਂ ਹੋਇਆ? ਇਹ ਜੋ ਰੋਜ਼ ਬੱਚੇ ਨਾਮ ਜਪਦੇ ਹਨ ਉਸ ਦਾ ਇਹ ਫਲ ਹੈ। ਸੋ ਸਾਧ ਸੰਗਤ ਜੀ, ਇਨ 70,000 ਬੱਚਿਆਂ 'ਚੋਂ ਤਕਰੀਬਨ 7,000 ਬੱਚੇ ਐਸਿਸਟਿਡ ਅਤੇ ਫ੍ਰੀ ਐਜੂਕੇਸ਼ਨ ਲੈਂਦੇ ਹਨ। ਮਹਾਂਪੁਰਸ਼ਾਂ ਦਾ ਆਸ਼ਾ ਸੀ ਕਿ ਅਸੀਂ 10,000 ਬੱਚੇ ਬਿਲਕੁਲ ਫ੍ਰੀ ਪੜ੍ਹਾਉਣੇ ਹਨ, 10,000 ਬੱਚੇ ਹਾਫ ਫੀਸ 'ਤੇ ਪੜ੍ਹਾਉਣੇ ਹਨ। ਅਸੀਂ ਤਕਰੀਬਨ 1/3 ਟਾਰਗੇਟ ਉਹ ਅਚੀਵ ਕਰ ਲਿਆ ਹੈ। ਇਸ ਸਾਲ ਅਸੀਂ 2400 ਬੱਚੇ ਬਿਲਕੁਲ ਫ੍ਰੀ ਦਾਖਲ ਕੀਤੇ ਹਨ। ਇਸ ਹੋਪ ਵਿੱਚ, ਇਸ ਹੌਸਲੇ ਨਾਲ, ਇਸ ਐਸਪੀਰੇਸ਼ਨ ਨਾਲ ਕਿ ਗੁਰੂ ਦੀ ਸੰਗਤ ਬੜੀ ਵਿਸ਼ਾਲ ਹੈ, ਹਿਰਦਾ ਬੜਾ ਵਿਸ਼ਾਲ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਲੇਵਾ ਬੈਠੇ ਹੋਏ ਹਨ, ਇਨ ਬੱਚਿਆਂ ਨੂੰ ਸਪੋਂਸਰ ਕਰਨਗੇ, ਇਨ ਬੱਚਿਆਂ ਦੀ ਵਿੱਦਿਆ ਦਾ ਉਹ ਬੀੜਾ ਚੁੱਕ ਲੈਣਗੇ, ਇਨ ਬੱਚਿਆਂ ਨੂੰ ਐਜੂਕੇਟ ਕਰ ਦਾਂਗੇ, ਤਾਂ ਹੀ ਸਾਡੇ ਪਿੰਡਾਂ ਦੇ ਲੋਕ ਇਮੈਂਸੀਪੇਟ ਹੋ ਜਾਣਗੇ। ਉਹਨਾਂ ਦੀ ਜੋ ਗੁਰਬਤ ਹੈ ਉਹ ਦੂਰ ਹੋ ਜਾਏਗੀ, ਜੋ ਉਹਨਾਂ ਦੀ ਕੰਪਲਸ਼ਨਸ ਹਾਂ ਉਹ ਦੂਰ ਹੋ ਜਾਣਗੀਆਂ। ਸੋ ਦਾਸ ਹੱਥ ਬੰਨ੍ਹ ਕੇ ਬੇਨਤੀ ਕਰੇਗਾ ਸਮੁੱਚੀ ਸੰਗਤ ਨੂੰ ਕਿ ਇਹ ਜੋ ਗੁਰਦੁਆਰੇ ਬਣਾਏ ਹਨ, ਜੋ ਮੰਦਿਰ ਬਣਾਏ ਹਨ ਸੰਤ ਬਾਬਾ ਇਕਬਾਲ ਸਿੰਘ ਜੀ ਨੇ, ਇਹਨਾਂ ਵਿੱਚ ਆਪਣਾ ਹਿੱਸਾ ਪਾਈਏ। ਬਿਲਡਿੰਗਾਂ ਦੀ ਕੰਸਟਰਕਸ਼ਨ ਵੀ ਹੋਣੀ ਹੈ, ਕਾਫੀ ਹੋ ਚੁੱਕੀ ਹੈ, ਹੋਰ ਵੀ ਹੋਣੀ ਹੈ। ਅਤੇ ਦਾਸ ਵਿਸ਼ੇਸ਼ ਤੌਰ 'ਤੇ ਇਹ ਬੇਨਤੀ ਕਰੇਗਾ ਕਿ ਅਸੀਂ ਸਾਰੇ ਮਿਲ ਕੇ ਇਹ ਜੋ ਪੰਥ ਦਾ ਕੰਮ ਹੈ, ਕਿਸੇ ਵਿਅਕਤੀਗਤ ਦਾ ਕੋਈ ਕੰਮ ਨਹੀਂ ਹੈ, ਪੰਥ ਦੀ ਇਹ ਆਰਗੇਨਾਈਜੇਸ਼ਨ ਹੈ, ਪੰਥ ਦੀ ਇਹ ਇੱਕ ਸ਼ਾਖਾ ਹੈ। ਅਸੀਂ ਕੇਵਲ ਉਸਦੇ ਚੌਕੀਦਾਰ ਹਾਂ, ਤਾਂ ਕਿ ਜੋ ਪੰਥ ਦਾ ਪੈਸਾ ਹੈ ਉਹ ਸੂਝ-ਬੂਝ ਨਾਲ ਇਸਤੇਮਾਲ ਹੋ ਸਕੇ, ਜ਼ਾਇਆ ਨਾ ਜਾਏ। ਦਾਸ ਬੇਨਤੀ ਕਰੇਗਾ ਕਿ ਅਸੀਂ ਵੱਧ ਚੜ੍ਹ ਕੇ ਹਿੱਸਾ ਪਾਈਏ। ਨਾਲ ਹੀ ਦਾਸ ਅਰਦਾਸ ਕਰ ਰਿਹਾ ਸੰਗਤ ਦੇ ਅੱਗੇ, ਭਾਈ ਕਿਰਪਾ ਕਰੋ, ਬਖਸ਼ਿਸ਼ ਕਰੋ, ਅਸੀਸਾਂ ਦਿਓ ਕਿ ਇਸ ਰਸਤੇ 'ਤੇ ਅਸੀਂ ਚੱਲਦੇ ਰਹੀਏ। ਜੋ ਪੂਰਨੇ ਪਾਏ ਹਨ ਮਹਾਂਪੁਰਸ਼ਾਂ 'ਤੇ, ਉਹਨਾਂ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਦੇਹੋ ਸੱਜਣ ਅਸੀਂ ਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬੇਨਤੀ ਕਰੇਗਾ ਮੁਕਤਾ ਭੈਣ ਜੀ ਨੂੰ ਕਿ ਆ ਕੇ ਸੰਗਤਾਂ ਨਾਲ ਸ਼ੇਅਰ ਕਰ ਲੈਣ ਕਿ ਕੀ ਤਰੀਕਾ ਹੈ ਬੱਚੇ ਸਪੋਂਸਰ ਕਰਨ ਦਾ, ਸੇਵਾ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਸੰਗਤ ਹਰਪ੍ਰਭ ਵਸੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਥੱਲੇ ਸਾਡਾ ਸਟਾਲ ਲੱਗਿਆ ਹੋਇਆ ਹੈ। ਇੱਕ ਬੱਚੇ ਦੀ ਜਿਹੜੀ ਈਅਰਲੀ ਐਜੂਕੇਸ਼ਨ ਸਪੋਂਸਰਸ਼ਿਪ ਹੈਗੀ ਹੈ ਉਹ $500 ਹੈਗੀ ਹੈ, ਜਿਹੜਾ ਕਿ ਬੱਚੇ ਦੀ ਸਕੂਲ ਫੀਸ, ਟਿਊਸ਼ਨ ਫੀ, ਬੱਚੇ ਦੀਆਂ ਆਪਣਾ ਕਿਤਾਬਾਂ, ਵਰਦੀ, ਟਰਾਂਸਪੋਰਟੇਸ਼ਨ, ਤੁਹਾਨੂੰ ਬੱਚੇ ਦੀ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਕਿ ਤੁਹਾਡੀ ਜਿਹੜੀ ਡੋਨੇਸ਼ਨ ਨੇ ਕਿਹੜੇ ਬੱਚੇ ਨੂੰ ਜਾ ਰਹੀ ਹੈਗੀ ਹੈ। ਈਮੇਲ ਦੇ ਥਰੂ ਤੁਹਾਨੂੰ ਬੱਚਿਆਂ ਦੀ ਜਿਹੜੀ ਹੈ ਕਿ ਫੋਟੋਜ਼ ਪਲੱਸ ਬੱਚਿਆਂ ਦੀ ਪ੍ਰੋਗਰੈਸ ਰਿਪੋਰਟ ਪਲੱਸ ਬੱਚਾ ਕਿਹੜੀ ਅਕਾਲ ਅਕੈਡਮੀ 'ਚ ਪੜ੍ਹ ਰਿਹਾ, ਕਿਹੜੇ ਪਿੰਡ ਵਿੱਚ ਪੜ੍ਹ ਰਿਹਾ, ਅਤੇ ਆਪ ਜੀ ਨੂੰ ਇਸ ਤਰ੍ਹਾਂ ਫੀਲ ਹੋਏਗਾ ਕਿ ਜਿਸ ਤਰ੍ਹਾਂ ਅਸੀਂ ਇੱਥੇ ਆਪਣੇ 2 ਬੱਚੇ ਪੜ੍ਹਾ ਰਹੇ ਹਾਂ, 3 ਬੱਚੇ ਪੜ੍ਹਾ ਰਹੇ ਹਾਂ, ਅਤੇ ਇੱਕ ਬੱਚਾ ਅਸੀਂ ਪੰਜਾਬ ਦਾ ਵੀ ਆਪਣਾ ਬੱਚਾ ਸਮਝ ਕੇ ਅਸੀਂ ਉਹਨੂੰ ਐਜੂਕੇਸ਼ਨ ਦੇ ਰਹੇ ਹਾਂ। ਸੋ ਇਹ ਤੁਹਾਡੇ ਇੱਕ $500 ਦੇ ਨਾਲ 1 ਸਾਲ ਬੱਚਾ ਆਪਣੀ ਪੜ੍ਹਾਈ ਕਰ ਸਕਦਾ ਹੈ, ਅਤੇ ਅਗਲੇ ਸਾਲ ਜੇ ਤੁਸੀਂ ਕੰਟੀਨਿਊ ਕਰਨਾ ਚਾਹੁੰਦੇ ਹੋ ਆਪਣੀ ਸਪੋਂਸਰਸ਼ਿਪ ਨੂੰ, ਅਤੇ ਤੁਸੀਂ ਨੈਕਸਟ ਈਅਰ $500 ਫਿਰ ਦੇ ਕੇ ਉਹਨੂੰ ਰੀਨਿਊ ਕਰ ਸਕਦੇ ਹੋ। ਉਹਦੇ ਨਾਲ ਦੇ ਨਾਲ $4000 ਦੇ ਕੇ ਤੁਸੀਂ ਲਾਈਫ ਟਾਈਮ ਬੱਚੇ ਦੀ ਸਪੋਂਸਰਸ਼ਿਪ 14 ਸਾਲ ਦੀ ਪੜ੍ਹਾਈ ਤੁਸੀਂ ਪੂਰੀ ਸਪੋਂਸਰ ਕਰ ਸਕਦੇ ਹੈਗੇ ਹੋ। ਸੋ ਥੱਲੇ ਟੇਬਲ ਲੱਗਿਆ ਹੋਵੇ, ਆਪ ਜੀ ਨੂੰ
ਜਿਹੜੀ ਵੀ ਇਨਫੋਰਮੇਸ਼ਨ ਦੀ ਲੋੜ ਹੈਗੀ ਹੈ ਤੇ ਆਪ ਜੀ ਜ਼ਰੂਰ ਆ ਕੇ ਟੇਬਲ ਤੇ ਦਰਸ਼ਨ ਦੇ ਕੇ ਜਾਓ ਤੇ ਇਨਫੋਰਮੇਸ਼ਨ ਲੈ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।